मैं ਜਾਂ अनिल जोशी जी नहीं, बहुत लंबी कतार है, हौली हौली लोग सामने आ रहे, बहुत लंबी कतार है। वो बार बार पार्टी ਨੂੰ ਕਹਿ ਰਹੇ ਹੈ कि जी ਜਾਂ ਆਪਾਂ ਸਮਝਾ ਨਹੀਂ ਸਕੇ, ਜਾਂ ਸਮਝਾਈਏ ਜਾਂ ਸਮਝੀਏ। ਮੈਨੂੰ ਨੋਟਿਸ ਆਇਆ, ਮੈਂ ਨੋਟਿਸ ਦਾ ਜਵਾਬ ਦਿੱਤਾ। ਵੈਸੇ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਮੈਨੂੰ ਨੋਟਿਸ ਦਿੱਤਾ ਹੈ, ਸੰਵਿਧਾਨ ਅਨੁਸਾਰ ਉਹ ਮੈਨੂੰ ਨੋਟਿਸ ਹੀ ਨਹੀਂ ਦੇ ਸਕਦੇ ਕਿਉਂਕਿ ਮੈਂ ਸਟੇਟ ਕਾਰਿਆਕਾਰਨੀ ਦਾ ਮੈਂਬਰ ਹਾਂ। ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਮੌਜੂਦਾ ਡਿਸਟ੍ਰਿਕਟ ਪ੍ਰਧਾਨ ਹੈ, ਉਹਨਾਂ ਨੂੰ ਨਗਰ ਨਿਗਮ ਦੇ ਚੁਣਾਵ 'ਚ ਪਾਰਟੀ ਦੇ ਸਾਡੇ ਜਿਹੜੇ ਆਲ ਇੰਡੀਆ ਜਨਰਲ ਸੈਕਟਰੀ ਆ ਪੰਜਾਬ ਦੇ ਇੰਚਾਰਜ, ਉਹਨਾਂ ਨੇ 6 ਸਾਲ ਲਈ ਉਹਨੂੰ ਪਾਰਟੀ 'ਚੋਂ ਕੱਢਿਆ ਸੀ, ਪਰ ਉਹ ਮੈਨੂੰ ਨੋਟਿਸ ਦੇ ਰਹੇ ਆ। ਉਹਨਾਂ ਨੂੰ ਮਹੀਨੇ ਬਾਅਦ 2 ਮਹੀਨਿਆਂ ਬਾਅਦ ਅਹਿਸਾਸ ਹੋਊਗਾ ਕਿ ਜੋ ਅਸੀਂ ਗੱਲ ਕਰ ਰਹੇ ਸੀ ਮੋਹਿਤ ਗੁਪਤਾ, ਅਨਿਲ ਜੋਸ਼ੀ, ਉਹ ਪਾਰਟੀ ਦੀ ਬਿਹਤਰੀ ਲਈ ਸੀ, ਕਿਉਂਕਿ ਜੇ ਪੰਜਾਬ ਬਿਹਤਰ ਹੋਊਗਾ ਤਾਂ ਹੀ ਭਾਰਤੀ ਜਨਤਾ ਪਾਰਟੀ ਬਿਹਤਰ ਹੋਊਗੀ। ਮੈਂ ਤਾਂ ਤੁਹਾਨੂੰ ਕਿਹਾ ਵੀ ਮੈਨੂੰ ਖਦਸ਼ਾ ਤਾਂ ਜਦੋਂ ਨੋਟਿਸ ਦੇ ਤਾਂ ਕਰ ਵੀ ਸਕਦੇ ਆ, ਪਰ ਮੈਂ ਇੱਕ ਚੀਜ਼ ਕਹਿਣਾ, ਉਹ ਮੈਨੂੰ ਪਾਰਟੀ ਚੋਂ ਐਕਸਪੈਲ ਕਰ ਸਕਦੇ ਆ, ਮੇਰੇ ਦਿਲ ਚੋਂ ਪਾਰਟੀ ਨਹੀਂ ਕੱਢ ਸਕਦੇ, ਮੇਰੇ ਦਿਲ ਚੋਂ ਪਾਰਟੀ ਨਹੀਂ ਐਕਸਪੈਲ ਕਰ ਸਕਦੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਸੁਰਖਾਬ ਟੀਵੀ ਦੇ ਨਾਲ ਤੇ ਮੈਂ ਹਾਂ ਆਕਾਂक्षा। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ 3 ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਜਦ ਕਿ ਬੀਜੇਪੀ ਸਰਕਾਰ ਵੱਲੋਂ ਹਜੇ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਗਿਆ ਹੈ। ਪਿਛਲੇ 7-8 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਨੇ। ਇਸ ਦੇ ਵਿੱਚ ਹੀ ਕੁਝ ਜਿਹੜੇ ਬੀਜੇਪੀ ਦੇ ਲੀਡਰਸ ਹੈ ਉਹਨਾਂ ਵੱਲੋਂ ਕਿਸਾਨਾਂ ਦੀ ਹਿਮਾਇਤ ਵੀ ਕੀਤੀ ਜਾ ਰਹੀ ਹੈ ਤੇ ਬਠਿੰਡਾ ਦੇ ਵਿੱਚ ਮੋਹਿਤ ਗੁਪਤਾ ਜੀ ਨੇ ਜੋ ਪੰਜਾਬ ਦੇ ਵਿੱਚ ਸਟੇਟ ਪ੍ਰੈਜ਼ੀਡੈਂਟ ਰਹੇ ਨੇ ਬੀਜੇਪੀ ਦੇ ਔਰ ਬਠਿੰਡਾ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਰਹੇ ਨੇ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ। ਸਰ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੂੰ ਜੋ ਬੀਜੇਪੀ ਸਰਕਾਰ ਵੱਲੋਂ ਹੈ, ਹਾਈ ਕਮਾਂਡ ਹੈ, ਉਹਨਾਂ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਆਵਾਜ਼ ਆਪਣੀ ਬੁਲੰਦ ਕੀਤੀ ਸੀ। ਕਾਫੀ ਸਮੇਂ ਤੋਂ ਇਹਨਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਸਟੇਟਮੈਂਟਸ ਦਿੱਤੀ ਜਾ ਰਹੀਆਂ ਸੀ, ਜਿਸ ਨੂੰ ਦੇਖਦੇ ਹੋਏ ਇਹਨਾਂ ਨੂੰ ਪਾਰਟੀ ਵਿਰੋਧੀ ਕਿਹਾ ਗਿਆ ਬੀਜੇਪੀ ਹਾਈ ਕਮਾਂਡ ਵੱਲੋਂ ਤੇ ਨੋਟਿਸ ਜਾਰੀ ਕੀਤਾ ਗਿਆ ਤੇ ਜਵਾਬ ਇਹਨਾਂ ਤੋਂ ਮੰਗਿਆ ਗਿਆ। ਸਾਡੇ ਨਾਲ ਜੁੜੇ ਨੇ ਮੋਹਿਤ ਜੀ। ਮੋਹਿਤ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਗੱਲ ਕਰਨ ਵਾਸਤੇ। ਨਮਸਕਾਰ ਜੀ। ਸਭ ਤੋਂ ਪਹਿਲਾਂ ਤਾਂ ਸੁਰਖਾਬ ਟੀਵੀ ਦੇ ਸਾਰੇ ਸਰੋਤਿਆਂ ਨੂੰ ਮੇਰਾ ਨਮਸਕਾਰ, ਸਤਿ ਸ੍ਰੀ ਅਕਾਲ, ਔਰ ਮੈਂ ਧੰਨਵਾਦ ਵੀ ਕਰਨਾ ਤੁਹਾਡਾ ਕਿ ਤੁਸੀਂ ਮੈਨੂੰ ਲੱਖਾਂ ਸਰੋਤਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਨੂੰ ਪਾਰਟੀ ਵਿਰੋਧੀ ਕਿਹਾ ਗਿਆ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਬੀਜੇਪੀ ਤੁਹਾਨੂੰ ਪਾਰਟੀ ਵਿਰੋਧੀ ਕਹਿ ਰਹੀ ਹੈ, ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਆਕਾਂक्षा ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਕਾਰਨ ਦੱਸੋ ਨੋਟਿਸ ਦਿੱਤਾ ਸੀ, ਮੈਂ ਉਹਦਾ ਜਵਾਬ ਦੇ ਦਿੱਤਾ। ਉਹਨਾਂ ਨੇ ਮੈਨੂੰ ਨੋਟਿਸ 'ਚ ਇਹ ਨਹੀਂ ਦੱਸਿਆ ਕਿ ਮੈਂ ਕੀ ਪਾਰਟੀ ਵਿਰੋਧੀ ਕਾਰਵਾਈ ਕੀਤੀ ਹੈ ਜਾਂ ਮੈਂ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਕੀ ਬੋਲਿਆ, ਕਿਉਂਕਿ ਪਾਰਟੀ ਦੀ ਤਾਂ ਹਮੇਸ਼ਾ ਨੀਤੀ ਰਹੀ ਹੈ ਕਿਸਾਨਾਂ ਦੀ ਭਲਾਈ, ਵਪਾਰੀਆਂ ਦੀ ਭਲਾਈ, ਨੌਜਵਾਨਾਂ ਦੀ ਭਲਾਈ, ਮਜ਼ਦੂਰਾਂ ਦੀ ਭਲਾਈ, ਅਤੇ ਮੈਂ ਤਾਂ ਉਹਨਾਂ ਹੱਕਾਂ ਦੀ ਗੱਲ ਕੀਤੀ ਹੈ। ਮੈਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ, ਮੈਂ ਵਪਾਰੀਆਂ ਦੇ ਹੱਕਾਂ ਦੀ ਗੱਲ ਕੀਤੀ ਹੈ, ਮੈਂ ਆੜ੍ਹਤੀਆਂ ਦੇ ਹੱਕਾਂ ਦੀ ਗੱਲ ਕੀਤੀ ਹੈ, ਮੈਂ ਸ਼ੈਲਰ ਮਾਲਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ, ਮੈਂ ਭੱਠਾ ਮਾਲਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ, ਮੈਂ ਲੇਬਰ ਦੀ ਪੰਜਾਬ ਦੇ ਜਿਹੜੇ ਮਜ਼ਦੂਰ ਹੈ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ, ਔਰ ਉਹਦੇ ਨਾਲ ਨਾਲ ਜਿਹੜੇ ਸਾਡੀ ਪਾਰਟੀ ਦੇ ਲੱਖਾਂ ਵਰਕਰ ਨੇ ਪੰਜਾਬ 'ਚ, ਜਿਹੜੀਆਂ ਉਹਨਾਂ ਨੂੰ ਤਕਲੀਫਾਂ ਆ ਰਹੀਆਂ ਨੇ, ਜਿਹੜੀਆਂ ਉਹਨਾਂ ਨੂੰ ਦਿੱਕਤਾਂ ਆ ਰਹੀਆਂ, ਮੈਂ ਉਹਨਾਂ ਨੂੰ ਹੱਲ ਕਰਨ ਦੀ ਗੱਲ ਕੀਤੀ ਹੈ। ਅਤੇ ਮੈਨੂੰ ਨਹੀਂ ਲੱਗਦਾ ਵੀ ਮੈਂ ਕੋਈ ਪਾਰਟੀ ਵਿਰੋਧੀ ਕਾਰਵਾਈ ਕੀਤੀ ਹੈ ਜਾਂ ਜਿਹੜੇ ਸ਼ਬਦ ਮੈਂ ਕਹੇ ਹੈ ਜਾਂ ਮੈਂ ਮੇਰੀਆਂ ਸਟੇਟਮੈਂਟਸ ਆਈਆਂ ਉਹ ਕਿਸੇ ਨੂੰ ਵੀ ਕੋਈ ਇਤਰਾਜ਼ ਹੋਵੇ ਜਿਹੜੇ। ਪਰ ਹਾਂ, ਸਾਡੀ ਪਾਰਟੀ ਦੇ ਕੁਛ ਲੀਡਰਾਂ ਨੂੰ ਇੱਦਾਂ ਲੱਗਦਾ ਹੈ, ਬਹੁਤ ਕਾਹਲੀ ਮੱਚੀ ਹੋਈ ਹੈ ਉਹਨਾਂ ਨੂੰ ਲੱਗਦਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਜਿਹੜੇ ਪਾਰਟੀ ਦੇ ਸਮਰਪਿਤ ਕਾਰਿਆਕਰਤਾ ਨੇ, ਪਾਰਟੀ ਦੀ ਆਵਾਜ਼ ਬੁਲੰਦ ਕਰਦੇ ਨੇ, ਪਾਰਟੀ ਦਾ ਝੰਡਾ ਉੱਚਾ ਰੱਖਦੇ ਨੇ, ਅਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਾਰਟੀ 'ਚੋਂ ਬਾਹਰ ਕੱਢ ਦਈਏ। ਜਿਸ ਤਰ੍ਹਾਂ ਤੁਹਾਨੂੰ ਕਿਹਾ ਗਿਆ ਹੈ ਕਿ ਤੁਸੀਂ ਕਿਸਾਨਾਂ ਦੇ ਹੱਕਾਂ ਦੇ ਵਿੱਚ ਆਵਾਜ਼ ਚੱਕ ਰਹੇ ਹੋ, ਬੇਸ਼ੱਕ ਇਹ ਜਿਹੜੇ ਕਾਨੂੰਨ ਹੈ ਸੈਂਟਰ ਗੌਰਮੈਂਟ ਵੱਲੋਂ ਬਣਾਏ ਗਏ ਨੇ, ਪਰ ਇਸ ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਇੱਕ ਹੋਰ ਵੀ ਉਹਨਾਂ ਨੇ ਲੀਡਰ ਨੂੰ ਜਿਹੜਾ ਹੈ ਐਕਸਪੈਲ ਕੀਤਾ ਹੈਗਾ ਪਾਰਟੀ ਦੇ ਵਿੱਚੋਂ। ਕੀ ਲੱਗਦਾ ਤੁਹਾਨੂੰ ਇਹ ਖਦਸ਼ਾ ਹੈ ਕਿਤੇ ਨਾ ਕਿਤੇ ਵੀ ਤੁਹਾਨੂੰ ਵੀ ਕਰ ਸਕਦੇ ਨੇ? ਆਕਾਂक्षा ਜੀ, ਕਿਉਂਕਿ ਤੁਸੀਂ ਕਾਫੀ ਟਾਈਮ ਤੋਂ ਜੁੜੇ ਹੋ, ਪਿਛਲੇ 3 ਦਹਾਕਿਆਂ ਤੋਂ ਤੁਸੀਂ ਬੀਜੇਪੀ ਦੇ ਨਾਲ ਜੁੜੇ ਹੋ, ਲੀਡਰਸ਼ਿਪ ਕਰ ਰਹੇ ਹੋ। ਆਕਾਂक्षा ਜੀ, ਮੈਂ ਆਪਦੀ ਜੀਵਨ ਦੇ ਬਚਪਨਾ ਵੀ ਆਪਾਂ ਕਹਿ ਸਕਦੇ ਹਾਂ ਔਰ ਜਵਾਨੀ ਵੀ, ਮੈਂ 29 ਸਾਲ ਪਾਰਟੀ ਚਲਾਏ ਨੇ। 1992 'ਚ ਮੈਂ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਿਆ ਸੀ।
ਉਸ ਤੋਂ ਬਾਅਦ ਮੈਂ ਪਾਰਟੀ ਦਾ ਜ਼ਿਲ੍ਹਾ ਦੇ ਪ੍ਰਧਾਨ ਵੀ ਰਿਹਾ 3 ਟਰਮ। ਮੈਂ युवा मोर्चा ਦਾ सूबा प्रधान भी रहा और प्रदेश कार्यकारिणी का भी मैं लंबे समय तो मैंबर है। केंद्रीय कमेटी का भी मैं युवा मोर्चा दी दा व्यापार कमेटी का मैंबर रहा। और जिस तरीके मैं तुहानूं पहलां भी कहा, साडे कुछ लीडरां नूं लगदा भी जिहड़े लोग लोगां नाल जुड़े हुए है, लोगां दी गल करदे आ। देखो, जिथे मैं तुहानूं दस्सिया मैं 29 साल पार्टी का मैंबर रहा, मैं पार्टी का 29 साल तो निष्ठावान कार्य करता है। अज भी मैं निष्ठावान कार्य करता, अज भी मैं जिम्मेवार कार्य करता, अज भी मैं प्रदेश कार्यकारिणी का मैंबर है। उस दे नाल नाल मैं पंजाब दा भी जिम्मेवार नागरिक है। जिहड़ी मेरी निष्ठा है, मेरी आस्था है, वो इस मिट्टी ਲਈ भी है, पंजाब की मिट्टी ਲਈ भी है। और मैं पंजाबीयत की गल करदा, मैं अज तो नहीं करता। जदों तो मैं राजनीतिक तौर पर सुरत संभाली है, राजनीति च मैं जिथे भी राजनीतिक या समाजिक जिथे भी मैं जाना उत्थे मैं पंजाब की पंजाबीयत की पंजाबी की गल करदा, क्योंकि मेरा फर्ज है। जिस मिट्टी का मैं खाना है, जितों का मैं पानी पीना है, जितों के लोगों च मैं रहना, मेरी जिम्मेवारी है मैं उन्होंने गल करा। ठीक है, पार्टी ने अनिल जोशी जी ने भी यही गल की सी, उन्होंने भी पंजाब की गल की है, उन्होंने भी पंजाबीयत की गल की है, उन्होंने भी यही गल की है। उन्होंने एक शब्द भी जोशी साहब ने पार्टी की लीडरशिप के खिलाफ नहीं बोलिया अज तक, ना उन्होंने पार्टी के खिलाफ बोलिया। उन्होंने गल की है किसानी संघर्ष जो चल रहा, किसानी मसला नूं हल करन दी। और मैनू लगता है ਜਿਹੜੇ भी कोई व्यक्ति या ਜਿਹੜਾ भी कोई इंसान पंजाब नूं रत्ती पर भी प्यार करता है, पंजाबीयत नूं रत्ती पर भी प्यार करता है, वो ना चाहता हो भी किसानी मसला हल होवे। क्योंकि ये मसला जदों तो किसानी अंदोलन चलिया, जिथे जिथे साडियां भाईचारक साਂਝਾਂ नूं फर्क पिया, उत्थे साडे अर्थचारे ते बहुत बड़ा फर्क पिया। और जे असी उस चीज़ को सुलझाउण की गल कर रहे हैं, सुलझाउण की गल कर रहे हैं भी ये किसानी अंदोलन खत्म होवे, साडा आपसी भाईचारक साँझ भी साडी कायम रहे, और जिहड़ा साडा अर्थचारा भी दुबारा जिहड़ी पटड़ी तो लीह तो लथया साडा अर्थचारा वो दुबारा पटड़ी ते चढ़े, मैनूं नहीं लगता इस कोई अनुशासनहीनता या पार्टी विरोधी कार्रवाई है। जिस तरह पंजाब का जो किता है, मेन किता ही किसानी है, पंजाब नूं जे जाना जाता है किसानी करके जाना जाता है, तो की तुहानूं लगता है एक प्रेस्टीज इशू बन गया है सरकार वास्ते भी कि ਜਿਹੜੇ बिल है ना वो रद्द करन नूं तैयार ने, और जो किसान है उन्होंने वास्ते भी एक प्रेस्टीज इशू बन गया, क्योंकि इतिहास दे विच एक रेवोल्यूशनरी जिन्हों आप कह सकते हैं कि प्रोटेस्ट किसानों वालों किया गया सरकार के खिलाफ, अपनी ही सरकार के खिलाफ। तो की तुहानूं लगता है भी इहदा की नतीजा हो सकता है, क्योंकि तुसी काफ़ी टाइम तो बीजेपी के नाल जुड़े हुए हो, और किस तरह इस तुसी सारे मसले नूं देखते हो? देखो आकांक्षा जी, कोई भी जिहड़ी सरकार है, जिहड़ी लोकां दी चुनी हुई सरकार है लोकतंत्र च, वो कदे भी जिहड़े कानून लैके आउंदी आपदे लोगां लई ये नहीं लैके आउंदी भी वो लोगां दा नुकसान करन लई होण। पर कोई जिहड़ी कानून आंदे है, कोई भी चीज़ आंदी है, उहदे नफ़े भी हुंदे आ, नुकसान भी हुंदे आ। कई चीज़ां जिवें कानून लागू हुंदे है, उस तो बाद आपां नूं चीज़ां दा पता लगदा, पर ये जिहड़े कानून है, ये कानून लागू होण तो पहलां ही इहदा एक रौला पै गया। असीं कह रहे सी भी असीं किसानां दी आय दुगणी करनी है, ਜਿਹੜੇ ਲੋਕਾਂ ਦੀ ਅਸੀਂ ਆय ਦੁੱਗਣੀ ਕਰਨੀ ਚਾਹੁੰਦੇ ਹਾਂ, ਸਰਕਾਰ ਦੁੱਗਣੀ ਕਰਨੀ ਚਾਹੁੰਦੀ, ਉਹ ਕਹਿੰਦੇ ਅਸੀਂ ਨਹੀਂ ਕਰਾਣੀ। ਅਸੀਂ ਸਮਝਾ ਨਹੀਂ ਸਕੇ ਉਹਨਾਂ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਆਮਦਨੀ ਦੁੱਗਣੀ ਹੋਊਗੀ ਇਹਦੇ ਨਾਲ। ਜਦੋਂ ਅਸੀਂ ਉਹਨਾਂ ਨੂੰ ਸਮਝਾ ਨਹੀਂ ਸਕੇ ਤਾਂ ਫਿਰ ਮੈਨੂੰ ਲੱਗਦਾ ਸਰਕਾਰ ਨੂੰ ਉਹਦੇ 'ਤੇ ਕੁਝ ਸੋਚਣਾ ਚਾਹੀਦਾ, ਕਿਉਂਕਿ ਇੰਨੇ ਵੱਡੇ ਡੈਡਲੌਕ 'ਚ ਜਿੰਨੇ ਜਦੋਂ ਅੰਦੋਲਨ ਲੰਬੇ ਚੱਲਦੇ ਆ, ਉਹਦਾ ਨੁਕਸਾਨ ਸੂਬੇ ਨੂੰ ਵੀ ਹੁੰਦਾ ਔਰ ਦੇਸ਼ ਨੂੰ ਵੀ ਹੁੰਦਾ। ਦੂਸਰੀ ਚੀਜ਼, ਇਸ ਅੰਦੋਲਨ 'ਚ ਇੱਕ ਹੋਰ ਕੀ ਹੋਇਆ, बार बार कुछ लोगों ने, साडे लीडर ने कहना शुरू करता सी विचोलीए खत्म करने हैं। विचोलिया व्यापारी नूं लग्या भी मैनू खत्म करन दी गल, आड़तियां नूं लग्या मैनू खत्म करन दी गल हो रही है। आड़तिया साडा एक बहुत ही बड़ा सैक्टर है, और जिहड़ा पंजाब दी वित्ती स्थिति है, जो आर्थिकता दा ढांचा है, इकोनॉमी का साडा मेन रोल अदा करने वाला आड़तिया। पंजाब च जदों अज की रेट च पंजाब च 1600 करोड़ के आस पास आड़त बनती है, जो फसल बिकती है उसकी आड़त 1600 करोड़ रुपये बनती है, और वो 50,000 जोड़े परिवार है वो पलते हैं। जे तुसीं उहनूं कैलकुलेशन कर लो तो कुछ भी नहीं बनता, पर फैमिली आपां देख लीए। जे असीं आड़तियां दा व्यापार खत्म करता, आड़त खत्म करती, तो जिहड़े 50,000 परिवारां नूं रोज़गार कित्थों आएगा, वो बेरोज़गार होणगे। और जिहड़ा साडा वो आड़तीए काम करते हैं, चाहे वो 6 महीने किसान नूं फसल पालन च उहदी मदद, आर्थिक मदद की
ਕਰਨ ਦਾ ਸਵਾਲ ਹੋਵੇ, ਫਿਰ ਫਸਲ ਕਿਸਾਨ ਲੈ ਕੇ ਆਉਂਦਾ ਹੈ, ਫਿਰ ਉਹ ਫਸਲ ਦੀ ਮੰਡੀ 'ਚ ਸਾਂਭ ਸੰਭਾਈ, ਉਹਨੂੰ ਪੈਕ ਕਰਕੇ ਤੋਲ ਕੇ ਖਰੀਦਦਾਰ ਨੂੰ ਦੇਣਾ, ਜਿਹੜੀ ਸਰਕਾਰ ਹੈ ਸਰਕਾਰ ਨੂੰ GST ਕਲੈਕਟ ਕਰਕੇ ਦੇਣਾ, ਸਰਕਾਰ ਨੂੰ ਮੰਡੀ ਫੀਸ ਕਲੈਕਟ ਕਰਕੇ ਦੇਣਾ, ਔਰ ਉਸ ਤੋਂ ਬਾਅਦ ਜਿਹੜੀ ਉਹਨੂੰ ਇਨਕਮ ਮਿਲਦੀ ਹੈ ਉਹਦੇ 'ਚ ਆਪਦਾ ਇਨਕਮ ਟੈਕਸ ਵੀ ਦਿੰਦਾ ਹੈ। ਔਰ ਉਸ ਤੋਂ ਬਾਅਦ ਜਿਹੜਾ ਆੜਤ ਹੈ ਉਹ ਖਰੀਦਦਾਰ ਦਿੰਦਾ ਹੈ। ਕਿਉਂ ਦਿੰਦਾ? ਕਿਉਂਕਿ ਉਹਨੂੰ ਲੱਗਦਾ ਵੀ ਇਹਨੇ ਮੇਰੀ ਇੱਕ ਜ਼ਿੰਮੇਵਾਰੀ ਅਦਾ ਕਰਤੀ, ਉਹ ਜ਼ਿੰਮੇਵਾਰੀ ਵੀ ਲੈਂਦਾ। ਜਦੋਂ ਕੋਈ ਫਸਲ ਕਿਸਾਨ ਵੇਚ ਕੇ ਜਾਂਦਾ ਹੈ, ਉਹਦੀ ਪੇਮੈਂਟ ਖਰੀਦਦਾਰ ਤੋਂ 10 ਦਿਨਾਂ ਨੂੰ ਆਵੇ, 20 ਦਿਨ ਨੂੰ ਆਵੇ, 15 ਦਿਨ ਨੂੰ ਆਵੇ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਨਾ ਆਵੇ ਆੜਤ। ਔਰ ਇੱਕ ਸਾਰੇ ਸਿਸਟਮ ਦਾ ਸਰਵਿਸ ਪ੍ਰੋਵਾਈਡਰ ਹੈ ਬਹੁਤ ਵੱਡਾ। ਆੜਤੀਆ ਕੋਈ ਇੱਦਾਂ ਨਹੀਂ ਵਿਚੋਲਾ ਵੀ ਉਹਨੇ ਕੋਈ ਇਕੱਲੀ ਦਲਾਲੀ ਲੈ ਲਈ ਜਾਂ ਕਮਿਸ਼ਨ ਲੈ ਲਿਆ, ਨੋ। ਆੜਤੀਆ ਸਰਵਿਸ ਪ੍ਰੋਵਾਈਡਰ ਹੈ, ਉਹ ਆਪਦੀਆਂ ਸੇਵਾਵਾਂ ਦੇ ਕੇ ਉਹਦੇ ਬਦਲੇ ਇੱਕ ਆੜਤ ਦਾ ਉਹ ਲੈਂਦਾ। ਔਰ ਆੜਤੀਆ ਕੋਈ ਇੱਦਾਂ ਨਹੀਂ ਪੈਦਾ ਹੋਇਆ ਵੀ ਹੁਣ ਕੋਈ ਪੈਦਾ ਹੋ ਗਿਆ। ਜਦੋਂ AMC ਐਕਟ ਆਇਆ, ਮੰਡੀਕਰਨ ਬੋਰਡ ਦੇ ਐਕਟ ਆਏ, ਉਦੋਂ ਆੜਤੀਏ ਨੂੰ ਰਜਿਸਟਰਡ ਕਰਨ ਦਾ ਕੰਮ ਸਰਕਾਰਾਂ ਨੇ ਸ਼ੁਰੂ ਕੀਤਾ। ਰੈਗੂਲਰ ਉਹਦੇ ਜੁੜਦੇ ਗਏ, GST ਦੇ ਲਾਇਸੈਂਸ ਹੋਏ। ਮਤਲਬ ਇੱਕ ਮਨਜ਼ੂਰਸ਼ੁਦਾ ਵਪਾਰੀ ਨੂੰ ਇਸ ਤਰੀਕੇ ਦੀ ਮੈਨੂੰ ਨਹੀਂ ਲੱਗਦਾ ਵੀ ਆੜਤੀਏ ਨੂੰ ਵਿਚੋਲਾ, ਮੈਂ ਤਾਂ ਕਹਿੰਦਾ ਆੜਤੀਏ ਨੂੰ ਵਿਚੋਲਾ ਕਹਿਣਾ ਹੀ ਪਾਪ ਹੈ। ਔਰ ਉਹਦੇ ਨਾਲ ਹੋਰ ਬਹੁਤ ਚੀਜ਼ਾਂ ਜੁੜੀਆਂ। ਉਹ ਕਿੰਨੀ ਲੇਬਰ ਨੂੰ ਸਾਂਭ ਕੇ ਰੱਖਦਾ ਹੈ, ਸਾਰਾ ਪ੍ਰਬੰਧ ਕਰਦਾ ਹੈ। ਅੱਜ ਤੁਸੀਂ ਮੰਡੀਆਂ 'ਚ ਦੇਖੋ, ਮੰਡੀਆਂ ਦੇ ਜਿੰਨੇ ਪ੍ਰਬੰਧ ਹੈ 70% ਜਿਹੜਾ ਪ੍ਰਬੰਧ ਹੈ ਉਹ ਆੜਤੀਆ ਕਰਦਾ ਹੈ। ਔਰ ਉਸ ਤੋਂ ਬਾਅਦ ਜਦੋਂ ਪੈਸਾ ਆਉਂਦਾ, ਜਿਹਦੇ ਨਾਲ ਜਿਹੜੇ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਸੀ ਵੀ ਕਿਸਾਨੀ ਅੰਦੋਲਨ 64-65 ਹਜ਼ਾਰ ਕਰੋੜ ਰੁਪਈਆ ਸਾਡੇ MSP ਦਾ ਆਉਂਦਾ ਹੈ। ਉਹ 64-65 ਹਜ਼ਾਰ ਕਰੋੜ ਰੁਪਈਆ ਜਦੋਂ MSP ਦਾ ਆਉਂਦਾ ਹੈ, ਉਹ ਕਿਸਾਨ ਹੈ ਬੈਂਕ ਨੂੰ ਵੀ ਆਪਦੇ ਜਿਹੜੇ ਪੈਸੇ ਦੇਣੇ ਹੁੰਦੇ ਆ ਭਰਦਾ, ਆੜਤੀਆਂ ਨੂੰ ਵੀ ਮੋੜਦਾ, ਔਰ ਨਾਲ ਨਾਲ ਉਹ ਆਪਦੇ ਸਾਰੇ ਜਿਹੜੇ ਘਰ ਦੇ ਖਿੱਤੇ ਆ ਉਹਨੂੰ ਵੀ ਤੋੜਦਾ, ਘਰ ਦੇ ਕੰਮ ਵੀ ਤੋੜਦਾ। ਚਾਹੇ ਉਹਨੇ ਘਰ ਬਣਾਉਣਾ ਹੋਵੇ, ਜੇ ਉਹ ਘਰ ਬਣਾਉਂਦਾ ਤਾਂ ਉਹ ਪੈਸਾ ਭੱਠੇ ਵਾਲੇ ਕੋਲੇ ਵੀ ਜਾਂਦਾ, ਸੀਮੈਂਟ ਵਾਲੇ ਕੋਲੇ ਵੀ ਜਾਂਦਾ, ਰੇਤੇ ਬਜਰੇ ਵਾਲੇ ਕੋਲੇ ਵੀ ਜਾਂਦਾ, ਮਿਸਤਰੀ ਕੋਲੇ ਵੀ ਜਾਂਦਾ, ਸਰੀਏ ਵਾਲੇ ਕੋਲੇ ਵੀ ਜਾਂਦਾ। ਜੇ ਉਸ ਤੋਂ ਬਾਅਦ ਉਹਨੇ ਕੋਈ ਵਿਆਹ ਕਰਨਾ ਹੈ ਤਾਂ ਉਹ ਪੈਸਾ ਕੱਪੜੇ ਵਾਲੇ ਕੋਲੇ ਵੀ ਜਾਂਦਾ, ਦਰਜੀ ਕੋਲੇ ਵੀ ਜਾਂਦਾ, ਹੋਟਲ ਵਾਲੇ ਕੋਲੇ ਵੀ ਜਾਂਦਾ, ਮੈਰਿਜ ਪੈਲੇਸ ਵਾਲੇ ਕੋਲੇ ਵੀ ਜਾਂਦਾ, ਹਲਵਾਈ ਕੋਲੇ ਵੀ ਜਾਂਦਾ, ਵੇਟਰ ਕੋਲੇ ਵੀ ਜਾਂਦਾ, ਕਰਿਆਨੇ ਵਾਲੇ ਕੋਲੇ ਵੀ ਜਾਂਦਾ। ਇਹਦੇ ਨਾਲ ਜਿਹੜੀ ਸਾਡੀ ਪੰਜਾਬ ਦੀ ਆਰਥਿਕਤਾ ਚੱਲਦੀ ਹੈ, 65,000 ਕਰੋੜ ਰੁਪਏ ਇੱਕ ਬਹੁਤ ਵੱਡੀ ਅਮਾਊਂਟ ਹੈ। ਔਰ ਜਦੋਂ ਕਿਸਾਨ ਬਿੱਲ ਆ ਕੇ ਲੋਕਾਂ ਨੂੰ ਲੱਗਿਆ ਕਿ ਜੀ ਇਹ ਤਾਂ MSP ਖਤਮ ਹੋ ਜਾਣੀ ਹੈ, ਇਹ ਤਾਂ ਜੀ MSP ਰਹਿਣੀ ਨਹੀਂ, ਤਾਂ ਉਹ 65,000 ਕਰੋੜ ਦੀ ਆਰਥਿਕਤਾ ਦੇ ਖਤਰੇ ਨਾਲ ਜਿਹੜਾ ਸਾਰਾ ਪੰਜਾਬ ਸੀ, ਇਹ ਜਿਹੜਾ ਅੰਦੋਲਨ ਬਣ ਗਿਆ, ਟੋਟਲ ਪੰਜਾਬ ਦਾ ਬਣ ਗਿਆ। ਇਹ ਅੰਦੋਲਨ ਦਾ ਪ੍ਰਭਾਵ ਵੀ ਪੰਜਾਬ ਹਰਿਆਣੇ ਤਾਂ ਜ਼ਿਆਦਾ ਕਿਉਂਕਿ 2 ਸਟੇਟਾਂ 'ਚ ਹੀ MSP ਸੀ, 2 ਸਟੇਟਾਂ 'ਚ ਹੀ 100% ਖਰੀਦ ਸੀ। ਔਰ ਮੈਨੂੰ ਇਹ ਲੱਗਦਾ ਇਹ ਸਾਰੀਆਂ ਚੀਜ਼ਾਂ ਨੂੰ ਸਮਝਾਉਣ 'ਚ, ਜਿੱਥੇ ਜਿਹੜੀ ਅਸੀਂ ਗੱਲ ਕਹਿ ਰਹੇ ਵੀ ਸਾਡੀ ਸੂਬੇ ਦੀ ਲੀਡਰਸ਼ਿਪ ਕਿਉਂ ਫੇਲ ਹੋਈ। ਜਦੋਂ ਸਟਾਰਟਿੰਗ ਹੋਈ ਇਸ ਅੰਦੋਲਨ ਦੀ, ਉਦੋਂ ਅੰਦੋਲਨ ਦੀ ਸਟਾਰਟਿੰਗ ਕਿਸਾਨਾਂ ਦੀਆਂ 2 ਹੀ ਮੰਗਾਂ ਸੀ। ਇੱਕ ਤਾਂ ਉਹ ਕਹਿੰਦੇ ਸੀ ਸਾਨੂੰ ਸਰਕਾਰ MSP ਦੀ ਰਿਟਰਨ ਗਰੰਟੀ ਦੇ ਦੇ, ਔਰ ਦੂਸਰੀ ਉਹ ਗੱਲ ਕਹਿੰਦੇ ਸੀ ਵੀ ਜਿਹੜਾ ਕੰਟਰੈਕਟ ਫਾਰਮਿੰਗ ਹੈ ਉਹਦੇ 'ਚ ਸਾਨੂੰ SDM ਤੇ DC ਦੀ ਕੋਰਟ 'ਚੋਂ ਅੱਗੇ ਜਿਹੜੀ ਸਿਵਲ ਕੋਰਟ ਆ ਉਹਦੇ ਜਾਣ ਦੀ ਪਰਮਿਸ਼ਨ ਮਿਲ ਜੇ। ਔਰ ਜੇ ਉਸ ਵੇਲੇ ਜਿਹੜੀ ਸਾਡੀ ਸੂਬੇ ਦੀ ਲੀਡਰਸ਼ਿਪ ਹੈ, ਜਿਹੜੀ ਟੋਲੀ ਬੈਠੀ ਹੈ, ਇਸ ਨੂੰ ਸੀਰੀਅਸਲੀ ਲੈ ਕੇ ਪ੍ਰਯਾਸ ਕਰਦੀ, ਸੈਂਟਰ ਗੌਰਮੈਂਟ ਨੂੰ ਨਾਲ ਗੱਲ ਕਰਦੀ, ਉਹ ਤਾਂ ਕਿਸਾਨ ਦਿੱਲੀ ਨਹੀਂ ਸੀ ਗਏ, ਇਕੱਲੇ ਪੰਜਾਬ ਦਾ ਮਸਲਾ ਸੀ, ਔਰ ਉਹ ਸੈਂਟਰ ਗੌਰਮੈਂਟ ਨੇ ਲਿਖ ਕੇ ਦੇ ਦੇਣਾ ਸੀ, ਔਰ ਅੰਦੋਲਨ ਹੋਣਾ ਨਹੀਂ ਸੀ। ਹੋਇਆ ਕੀ, ਉਹ ਸੀਰੀਅਸਲੀ ਨਹੀਂ ਲਿਆ, ਔਰ ਉਹ ਦਿੱਲੀ ਚਲੇ ਗਏ। ਦਿੱਲੀ ਜਦੋਂ ਗਏ, ਹਰਿਆਣਾ ਵੀ ਜੁੜ ਗਿਆ, UP ਵੀ ਜੁੜ ਗਿਆ, ਉੱਤਰਾਖੰਡ ਵੀ ਜੁੜ ਗਿਆ, ਰਾਜਸਥਾਨ ਵੀ ਜੁੜ ਗਿਆ, ਔਰ ਉਹ ਫਿਰ ਚੀਜ਼ਾਂ ਵੱਧਦੀਆਂ ਗਈਆਂ। ਸਰਕਾਰ ਪਹਿਲੀ ਮੀਟਿੰਗ 'ਚ ਹੀ ਮੰਨ ਗਈ ਸੀ MSP ਔਰ ਉਹਦੇ ਲਈ ਤਾਂ, ਪਰ ਉਦੋਂ ਜਦੋਂ ਚੀਜ਼ਾਂ ਦੂਜੀਆਂ ਸਟੇਟਾਂ ਦਾ ਵੀ ਇੰਟਰਸਟ ਉਹਦੇ 'ਚ ਇਨਵੋਲਵ ਹੋ ਗਏ ਤਾਂ ਉਹ ਚੀਜ਼ਾਂ ਸਾਰੀਆਂ ਵਿਗੜਦੀਆਂ ਗਈਆਂ। ਮੈਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਸੂਬੇ ਦੀ ਲੀਡਰਸ਼ਿਪ ਨੂੰ ਵੀ, ਮੈਂ ਪਰਸਨਲੀ ਵੀ ਉਹਨਾਂ ਨੂੰ ਬਾਰ-ਬਾਰ 8 ਮਹੀਨਿਆਂ ਤੋਂ ਅਪੀਲ ਕਰਦੇ ਨੇ, ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਕਰਦਾ ਕਿ ਉਹ ਪ੍ਰਯਾਸ ਕਰਨ। ਔਰ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਜਿਹੜਾ ਡੈਡਲੌਕ ਬਣਿਆ, ਗੱਲਬਾਤ ਦੀ ਟੇਬਲ 'ਤੇ ਬੈਠ ਕੇ ਇਹਨੂੰ ਖ਼ਤਮ ਕੀਤਾ ਜਾਵੇ, ਤਾਂ ਕਿ ਜਿਹੜਾ ਇਹ ਅੰਦੋਲਨ ਹੈ, ਮੈਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਵੀ ਜਦੋਂ ਇਹ ਅੰਦੋਲਨ ਦਾ ਜਿਹੜਾ ਵੀ ਫੈਸਲਾ ਹੋਣਾ, ਉਹ ਫੈਸਲਾ ਇਸ ਤਰੀਕੇ ਹੋਣਾ ਚਾਹੀਦਾ ਜਿਹੜੇ ਉੱਥੇ ਲੋਕ ਬੈਠੇ ਨੇ ਉਹ ਖੁਸ਼ੀ ਘਰੇ ਆਉਣ, ਤਾਂ ਹੀ ਇਹਦਾ ਨਿਬੜਨ ਦਾ ਫਾਇਦਾ ਹੋਣਾ, ਤਾਂ ਹੀ ਜਿਹੜਾ ਸਾਡਾ ਆਪਸੀ ਭਾਈਚਾਰਾ, ਅਮਨ ਸ਼ਾਂਤੀ, ਲਾਅ ਐਂਡ ਆਰਡਰ ਕਾਇਮ ਰਹਿ ਸਕਣਾ ਹੈ, ਤਾਂ ਹੀ ਜਿਹੜੀ ਸਾਡੀ ਆਰਥਿਕਤਾ ਫਿਰ ਦੁਬਾਰਾ ਪਟੜੀ 'ਤੇ ਆਉਣੀ ਹੈ। ਕਿਤੇ ਇਹ ਤਾਂ ਨਹੀਂ ਹੈ ਵੀ ਤੁਸੀਂ ਇੰਨੇ 3 ਦਹਾਕਿਆਂ ਤੋਂ BJP ਦੇ ਨਾਲ ਜੁੜੇ ਹੋਏ ਹੋ ਔਰ ਪੰਜਾਬ ਦੀ ਲੀਡਰਸ਼ਿਪ ਨੂੰ ਅੱਛੀ ਤਰ੍ਹਾਂ ਜਾਣਦੇ ਹੋ, ਪੰਜਾਬ ਦੇ ਵਿੱਚ ਤੁਸੀਂ ਲੀਡ ਕਰ ਰਹੇ ਹੋ BJP ਵੱਲੋਂ, ਇਹ ਤਾਂ ਨਹੀਂ ਹੈ ਕਿਤੇ ਕਿਉਂਕਿ ਇਲੈਕਸ਼ਨਸ ਨਜ਼ਦੀਕ ਨੇ ਤੇ ਇੱਕ ਪੋਲੀਟੀਕਲ ਸਟੰਟ ਹੈ ਵੀ ਪਾਰਟੀ ਦੇ ਬੰਦੇ ਹੋ ਕੇ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਹੋ ਤੇ ਇੱਕ ਪਾਸੇ ਤੁਹਾਡੀ ਪਾਰਟੀ ਜਿਹੜੀ ਹੈ ਇਸ ਚੀਜ਼ ਦੇ ਵਿਰੁੱਧ ਹੈ? ਆਕਾਂਸ਼ਾ ਜੀ, ਮੈਂ ਤੁਹਾਨੂੰ ਪਹਿਲੇ ਵੀ ਇਹ ਗੱਲ ਕਹੀ ਹੈ ਕਿ ਜਿੱਥੇ ਮੈਂ ਜਿਹੜੇ ਲੋਕ ਮੈਨੂੰ ਨੇੜੇ ਤੋਂ ਜਾਣਦੇ ਆ,
ਮੀਡੀਆ ਦੇ ਤੁਹਾਡੇ ਪਰਸਨ ਵੀ ਜਾਣਦੇ ਆ, ਮੈਂ ਪਿਛਲੇ 29 ਸਾਲ 'ਚ ਕਦੇ ਵੀ ਪੰਜਾਬੀ ਦੀ ਗੱਲ ਤੋਂ ਪਿੱਛੇ ਨਹੀਂ ਹਟਿਆ। ਔਰ ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਕਰ ਰਹੇ ਇਸ ਤਾਂ 9 ਮਹੀਨੇ ਤੋਂ ਗੱਲ ਕਰ ਰਹੇ ਹਾਂ, ਉਦੋਂ ਤਾਂ ਇਹ ਲੱਗਦਾ ਸੀ, ਬਹੁਤ ਲੋਕ ਇਹ ਗੱਲ ਕਹਿੰਦੇ ਸੀ ਅੰਦੋਲਨ 10 ਦਿਨਾਂ ਨੂੰ ਖਤਮ ਹੋ ਜਾਣਾ। ਬਹੁਤ ਲੋਕ ਤੁਹਾਡੇ ਮੀਡੀਆ ਦੇ ਕਹਿੰਦੇ ਸੀ ਵੀ ਮੋਦੀ ਜੀ ਨੇ ਜੀ ਐਸਾ ਕੁਝ ਕਰਕੇ ਉੱਥੋਂ ਮੋੜ ਦੇਣਾ ਵੀ ਲੋਕ ਹੱਸਦੇ ਖੇਡਦੇ ਹੋਣਗੇ ਅਤੇ ਅਗਲੀ ਸਰਕਾਰ ਹੈ ਜਿਹੜੀ BJP ਦੀ ਬਣਨੀ ਹੈ। ਜਦੋਂ ਤੁਸੀਂ ਸੂਬੇ ਦੀ ਗੱਲ ਕਰਦੇ ਹੋ, ਸਟੇਟ ਇੰਟਰਸਟ ਦੀ ਗੱਲ ਕਰਦੇ ਹੋ, ਉਦੋਂ ਸਰਕਾਰਾਂ ਮਾਣੇ ਨਹੀਂ ਰੱਖਦੀਆਂ, ਉਦੋਂ ਰਾਜਨੀਤੀ ਨਹੀਂ ਹੋਣੀ ਚਾਹੀਦੀ। ਬਟ ਪੰਜਾਬ ਦੀ ਸਿਆਸਤ ਦਾ ਬਹੁਤ ਅਹਿਮ ਰੋਲ ਰਿਹਾ ਜੀ ਹਮੇਸ਼ਾ ਦੇਸ਼ ਦੀ ਸਿਆਸਤ ਦੇ ਵਿੱਚ। ਜਿਹੜੀ ਵਿਚਾਰਧਾਰਾ ਨੂੰ ਮੰਨਦੇ ਹਾਂ, ਮੈਂ ਅਟਲ ਜੀ ਦੀ ਇੱਕ ਗੱਲ ਨੂੰ ਹਮੇਸ਼ਾ ਬਹੁਤ ਵਾਰ ਕਹਿਣਾ। ਅਟਲ ਜੀ ਨੇ ਇੱਕ ਵਾਰ ਲੋਕ ਸਭਾ 'ਚ ਕਿਹਾ ਸੀ, ਕੋਈ ਇਸ਼ੂ ਆਇਆ ਸੀ ਉਹਦੇ 'ਤੇ ਉਹਨਾਂ ਨੇ ਕਿਹਾ ਸੀ ਵੀ ਸਰਕਾरें आएंगी सरकारें जाएंगी, राजनीतिक पार्टियां बनेंगी, राजनीतिक पार्टियां बिगड़ेंगी, पर ये देश रहना चाहिए। इस देश का जो देश में बसने वाले निवासी हैं वो खुशहाल रहने चाहिए। ਅਸੀਂ ਉਸ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਾਂ, ਕਿਉਂਕਿ ਜਿਹੜਾ ਇਹ ਚੀਜ਼ ਹੈ ਚੁਣਾਵ ਦਾ ਕੀ ਹੈ, ਜੋਸ਼ੀ ਸਾਹਿਬ ਨੇ ਵੀ ਕਿਹਾ, ਮੈਂ ਵੀ ਬਾਰ-ਬਾਰ, ਮੈਂ ਅੱਜ ਹਰ ਇੰਟਰਵਿਊ 'ਚ ਇਹ ਗੱਲ ਕਹੀ ਹੈ ਵੀ ਸਾਡਾ ਕਿਸਾਨ ਅੰਦੋਲਨ ਖਤਮ ਹੋਵੇ, ਸਾਨੂੰ ਕੋਈ ਅਹੁਦਾ ਨਹੀਂ ਚਾਹੀਦਾ, ਕੁਛ ਨਹੀਂ ਚਾਹੀਦਾ। ਜਿਹੜਾ ਸਾਡੇ ਪੰਜਾਬ ਦਾ ਅਰਥਚਾਰਾ ਦੁਆਰਾ ਲਾਈਨ 'ਤੇ ਆਵੇ, ਸਾਡੇ ਪੰਜਾਬ ਦਾ ਜਿਹੜੀ ਭਾਈਚਾਰਕ ਸਾਂਝ ਹੈ ਉਹ ਬਹਾਲ ਹੋਵੇ। ਮੋਹਿਤ ਗੁਪਤੇ ਨੂੰ ਕੋਈ ਅਹੁਦਾ ਨਹੀਂ ਚਾਹੀਦਾ। ਮੈਨੂੰ ਜਿਹੜੀ ਵੀ ਮੈਨੂੰ ਮੰਨ ਲਓ ਪਾਰਟੀ ਕਹਿੰਦੀ ਹੈ ਜਾਂ ਕੋਈ ਬੰਦਾ ਕਹਿੰਦਾ ਮੈਂ ਲਿਖ ਕੇ ਦੇਣ ਨੂੰ ਵੀ ਤਿਆਰ ਹਾਂ, ਮੈਨੂੰ 6 ਸਾਲ ਨਹੀਂ ਚਾਹੀਦਾ, ਪਰ ਇਹ ਮਸਲਾ ਖਤਮ ਹੋ ਜਾਏ। ਜਵਾਬ ਤੁਸੀਂ ਆਪਣਾ ਭੇਜ ਚੁੱਕੇ ਹੋ, ਜੋ ਤੁਹਾਨੂੰ ਪਾਰਟੀ ਵਿਰੋਧੀ ਗਤੀਵਿਧੀ ਦਾ ਨੇ ਕਿਹਾ ਕਿ ਤੁਸੀਂ ਸਾਨੂੰ ਜਵਾਬ ਲਿਖ ਕੇ ਦਿਓ, ਉਹ ਤੁਸੀਂ ਦੇ ਚੁੱਕੇ ਹੋ। ਹੁਣ ਕੀ ਲੱਗਦਾ ਅੱਗੇ ਕੀ ਹੋ ਸਕਦਾ ਹੈ? ਅੱਗੇ ਤਾਂ ਜੀ ਉਹਨਾਂ ਨੇ ਕਰਨਾ ਹੈ, ਕਿਉਂਕਿ ਮੇਰੇ ਹਿਸਾਬ ਨਾਲ ਤਾਂ ਜੇ ਮੇਰੇ ਲੱਗਣ ਨਾਲ ਹੁੰਦਾ ਤਾਂ ਨੋਟਿਸ ਵੀ ਨਹੀਂ ਸੀ ਆਉਣਾ ਚਾਹੀਦਾ, ਕਿਉਂਕਿ ਮੈਂ ਪਾਰਟੀ ਵਿਰੋਧੀ ਕੋਈ ਗੱਲ ਹੀ ਨਹੀਂ ਕੀਤੀ। ਆਕਾਂਸ਼ਾ ਜੀ, ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਪੋਲੀਟੀਕਲ ਆਦਮੀ ਚੁਣਾਵ ਲੜਨ ਜਾਂਦਾ ਹੈ, ਚਾਹੇ ਉਹ ਵਿਧਾਨ ਸਭਾ ਦਾ ਹੋਵੇ, ਚਾਹੇ ਕਾਰਪੋਰੇਸ਼ਨ ਦਾ ਹੋਵੇ, ਚਾਹੇ ਲੋਕ ਸਭਾ ਦਾ ਹੋਵੇ, ਤੁਸੀਂ ਦੇਖਿਆ ਹੋਣਾ ਅੱਗੇ ਵੀ 6 ਮਹੀਨਿਆਂ ਨੂੰ ਵਿਧਾਨ ਸਭਾ ਦੇ ਚੁਣਾਵ ਆਉਣੇ ਆ। ਜਿਨ੍ਹਾਂ ਨੇ ਵੀ ਚੁਣਾਵ ਲੜਨੇ ਆ ਉਹਨਾਂ ਨੇ ਲੋਕਾਂ ਨੂੰ ਜਾ ਕੇ ਕੀ ਕਹਿਣਾ? ਉਹਨਾਂ ਨੇ ਲੋਕਾਂ ਨੂੰ ਜਾ ਕੇ ਇਹੀ ਕਹਿਣਾ ਵੀ ਮੈਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਾਊਂਗਾ। ਔਰ ਜਿਹੜੀ ਤੁਹਾਡੀ ਆਵਾਜ਼ ਹੈ, ਮੈਂ ਇਲਾਕੇ, ਮੰਨ ਲਓ ਕੋਈ ਬਠਿੰਡੇ ਤੋਂ ਲੜ ਰਿਹਾ, ਉਹ ਕਹੂਗਾ ਜੀ ਮੈਂ ਬਠਿੰਡੇ ਦੀ ਜਿਹੜੀ ਆਵਾਜ਼ ਹੈ ਉਹ ਵਿਧਾਨ ਸਭਾ ਚੱਕੂੰ, ਜਾਂ ਮੈਂ ਜਿਹੜੇ ਬਠਿੰਡੇ ਦੇ ਮੁੱਦੇ ਹੈ ਉਹਨਾਂ ਨੂੰ, ਜਿਹੜੇ ਬਠਿੰਡੇ ਦੇ ਲੋਕਾਂ ਨੂੰ ਤਕਲੀਫਾਂ ਆ ਰਹੀਆਂ ਉਹਦੀ ਮੈਂ ਬੁਲੰਦ ਆਵਾਜ਼ ਕਰੂੰਗਾ। ਇਹੀ ਕਹਿਣਾ ਨਾ। ਜੇ ਲੋਕ ਸਭਾ ਹੁੰਦੀ ਅਸੀਂ ਕਹਿੰਦੇ ਦਿੱਲੀ ਜਾ ਕੇ ਅਸੀਂ ਆਵਾਜ਼ ਉਠਾਵਾਂਗੇ। ਅਤੇ ਅੱਜ ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਜੇ ਅਸੀਂ ਚੁਣੇ ਹੋਏ ਨਹੀਂ, ਅਸੀਂ ਪਾਰਟੀ, ਲੋਕ ਸਾਨੂੰ ਆਗੂ ਮੰਨਦੇ ਹੈ, ਤਾਂ ਅਸੀਂ ਉਸ ਜ਼ਿੰਮੇਵਾਰੀ ਨਾਲ ਹੀ ਆਵਾਜ਼ ਉਠਾ ਰਹੇ ਹਾਂ ਨਾ। ਅਸੀਂ ਤਾਂ ਰਾਜਨੀਤਿਕ ਸਿਸਟਮ ਹੈ ਜਿਹੜਾ ਲੋਕਤੰਤਰ 'ਚ ਇੱਕ ਸਿਸਟਮ ਹੈ, ਜਿਹੜੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਹੈ ਉਹਨਾਂ ਨੇ ਲੋਕਾਂ ਦੀ ਆਵਾਜ਼ ਉਠਾਉਣੀ ਹੁੰਦੀ ਹੈ। ਅੱਜ ਲੋਕਾਂ ਨੂੰ ਤਕਲੀਫ ਆ ਰਹੀ ਹੈ, ਮੰਨ ਲਓ ਕਿਸਾਨ ਨੂੰ ਲੱਗ ਰਿਹਾ ਵੀ ਮੇਰੀ ਰੋਜੀ ਰੋਟੀ ਨੂੰ ਖਤਰਾ ਹੈ, ਆੜ੍ਹਤੀਆਂ ਨੂੰ ਲੱਗ ਰਿਹਾ ਮੇਰੀ ਰੋਜੀ ਰੋਟੀ ਨੂੰ ਖਤਰਾ ਹੈ, ਵਪਾਰੀ ਨੂੰ ਲੱਗ ਰਿਹਾ ਮੇਰੀ ਰੋਜੀ ਰੋਟੀ ਨੂੰ ਖਤਰਾ ਹੈ, ਮਜ਼ਦੂਰ ਨੂੰ ਲੱਗ ਰਿਹਾ ਮੇਰੀ ਰੋਜੀ ਰੋਟੀ ਨੂੰ ਖਤਰਾ ਹੈ। ਅਸੀਂ ਤਾਂ ਉਹਨਾਂ ਦੀ ਆਵਾਜ਼ ਹੀ ਬੁਲੰਦ ਕਰਨੇ ਨਾ। ਜਿਹੜੇ ਉਹਨਾਂ ਦੇ ਦਿਲ ਦੀਆਂ ਦਿੱਕਤਾਂ ਨੇ, ਉਹਨਾਂ ਨੂੰ ਦਿੱਕਤਾਂ ਮਹਿਸੂਸ ਹੋ ਰਹੀਆਂ, ਉਹੀ ਅਸੀਂ ਗੱਲਾਂ ਜਾ ਕੇ ਸਾਡੀ ਲੀਡਰਸ਼ਿਪ ਨੂੰ, ਸੂਬੇ ਦੀ ਨੂੰ ਕਹਿ ਰਹੇ ਹਾਂ ਨਾ ਵੀ ਉਹਨਾਂ ਨੂੰ ਇਹ ਭਾਈ ਉਹਨਾਂ ਦੇ ਮਨ 'ਚ ਇਹ ਖਦਸ਼ੇ ਹੈ, ਇਹ ਖਦਸ਼ੇ ਆਪਾਂ ਦੂਰ ਕਰੀਏ, ਇਹ ਖਦਸ਼ੇ ਆਪਾਂ ਦੂਰ ਕਰਾਈਏ। ਔਰ ਇਹ ਸਾਡਾ ਜ਼ਿੰਮੇਵਾਰੀ ਫਰਜ਼ ਵੀ ਬਣਦਾ। ਲੋਕਾਂ ਨੇ ਸਾਨੂੰ ਆਗੂ ਬਣਾਇਆ ਨਾ। ਜੇ ਇੱਥੋਂ ਦੇ ਸ਼ਹਿਰ ਦੇ ਲੋਕ ਕਹਿੰਦੇ ਵੀ ਇਹ ਸਾਡਾ BJP ਦਾ ਪ੍ਰਧਾਨ ਹੈ, ਤਾਂ ਹੀ ਪ੍ਰਧਾਨ ਹੈ ਨਾ ਜੀ ਮੈਂ। ਕਈ ਪੋਲੀਟੀਕਲ ਪਾਰਟੀਆਂ ਤਾਂ ਹੋਰ ਵੀ ਹੈ, ਉਹਨਾਂ ਨੂੰ ਨਹੀਂ ਕਹਿੰਦੇ ਹੋਣੇ। ਲੋਕ ਜਿਹੜੇ ਹੈ, ਲੋਕਾਂ ਦੇ ਅਸੀਂ ਨੁਮਾਇੰਦੇ ਹਾਂ, ਇਸ ਲਈ ਲੋਕਾਂ ਦੀ ਗੱਲ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਅਨਿਲ ਜੋਸ਼ੀ ਜੀ ਵੀ ਇਸ ਮੁੱਦੇ ਤੇ ਉਹਨਾਂ ਨੇ ਵੀ ਆਪਣੀ ਜਿਹੜੀ ਓਪੀਨੀਅਨ ਡਿਫਰ ਦਿਖਾਈ ਹੈ ਪਾਰਟੀ ਤੋਂ, ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ। ਕਿਤੇ ਨਾ ਕਿਤੇ ਤੁਹਾਨੂੰ ਖਦਸ਼ਾ ਹੈ ਕਿ ਤੁਹਾਨੂੰ ਵੀ ਕਰ ਸਕਦੇ ਨੇ? ਮੈਂ ਤਾਂ ਤੁਹਾਨੂੰ ਕਿਹਾ ਵੀ ਮੈਨੂੰ ਖਦਸ਼ਾ ਤਾਂ ਜਦੋਂ ਨੋਟਿਸ ਦਿੱਤਾ ਕਰ ਵੀ ਸਕਦੇ ਆ, ਪਰ ਮੈਂ ਇੱਕ ਚੀਜ਼ ਕਹਿਣਾ, ਉਹ ਮੈਨੂੰ ਪਾਰਟੀ 'ਚੋਂ ਐਕਸਪੈਲ ਕਰ ਸਕਦੇ ਆ, ਮੇਰੇ ਦਿਲ 'ਚੋਂ ਪਾਰਟੀ ਨਹੀਂ ਕੱਢ ਸਕਦੇ, ਮੇਰੇ ਦਿਲ 'ਚੋਂ ਪਾਰਟੀ ਨਹੀਂ ਐਕਸਪੈਲ ਕਰ ਸਕਦੀ। ਮੈਂ 29 ਸਾਲ ਪਾਰਟੀ ਚਲਾਏ ਹੈ ਔਰ ਪਾਰਟੀ ਦੀ ਬਿਹਤਰੀ ਲਈ ਲਾਏ ਹੈ। ਅੱਜ ਵੀ ਜਿਹੜੀ ਮੈਂ ਗੱਲ ਕਰ ਰਿਹਾ, ਜਿਹੜੇ ਲੀਡਰਾਂ ਨੂੰ, ਕਈਆਂ ਨੂੰ ਤਕਲੀਫ ਹੁੰਦੀ ਹੈ ਮੇਰੀ ਗੱਲ ਤੋਂ, ਉਹਨਾਂ ਨੂੰ ਮਹੀਨੇ ਬਾਅਦ, 2 ਮਹੀਨਿਆਂ ਬਾਅਦ ਅਹਿਸਾਸ ਹੋਊਗਾ ਕਿ ਜੋ ਅਸੀਂ ਗੱਲ ਕਰ ਰਹੇ ਸੀ ਮੋਹਿਤ ਗੁਪਤਾ, ਅਨਿਲ ਜੋਸ਼ੀ, ਉਹ ਪਾਰਟੀ ਦੀ ਬਿਹਤਰੀ ਲਈ ਸੀ। ਕਿਉਂਕਿ ਜੇ ਪੰਜਾਬ ਬਿਹਤਰ ਹੋਊਗਾ ਤਾਂ ਹੀ ਭਾਰਤੀ ਜਨਤਾ ਪਾਰਟੀ ਬਿਹਤਰ ਹੋਊਗੀ। ਸਾਡੀ ਪਾਰਟੀ ਹੈ, ਪਾਰਟੀ ਵਿੱਚ ਡਿਫਰੈਂਸ ਕਹਿੰਦੇ ਆ ਲੋਕਾਂ ਨੂੰ। ਕਿਉਂ ਕਹਿੰਦੇ? ਸਾਡੀ ਪਾਰਟੀ ਸਿਖਾਇਆ ਜਾਂਦਾ ਫਸਟ ਨੰਬਰ 'ਤੇ ਨੇਸ਼ਨ, ਸੈਕੰਡ ਨੰਬਰ 'ਤੇ ਲੋਕ, ਥਰਡ ਨੰਬਰ 'ਤੇ ਪਾਰਟੀ, ਚੌਥੇ ਨੰਬਰ 'ਤੇ ਸੈਲਫ। ਅਸੀਂ ਆਪਦੇ ਆਪ ਨੂੰ ਚੌਥੇ ਨੰਬਰ 'ਤੇ ਗਿਣ ਕੇ ਚੱਲਦੇ ਹਾਂ।
ਅੱਜ ਗੱਲ ਸੂਬੇ ਦੀ ਹੈ, ਅੱਜ ਪੰਜਾਬ ਦੇ ਹਿੱਤਾਂ ਦੀ ਗੱਲ ਹੈ। ਫਸਟ ਨੰਬਰ ਜੋ ਅਸੀਂ ਸਾਨੂੰ ਸਿਖਾਇਆ ਗਿਆ ਦੇਸ਼ ਦੀ ਗੱਲ ਕਰਨੀ ਹੈ, ਅਸੀਂ ਅੱਜ ਸੂਬੇ ਦੀ ਗੱਲ ਕਰ ਰਹੇ ਹਾਂ। ਫਸਟ ਨੰਬਰ ਤੇ ਸੂਬਾ ਹੈ, ਸੈਕੰਡ ਨੰਬਰ ਤੇ ਲੋਕ ਉੱਥੋਂ ਦੇ ਰਹਿਣ ਵਾਲੇ, ਅਸੀਂ ਲੋਕਾਂ ਦੀ ਗੱਲ ਕਰ ਰਹੇ ਹਾਂ। ਦੇਖੋ ਉਹਨਾਂ ਦੇ ਮਨ 'ਚ ਕੋਈ ਖਦਸ਼ਾ ਹੀ ਹੋਊਗਾ ਨਾ। ਪਿਛਲੇ 11 ਮਹੀਨਿਆਂ ਤੋਂ ਲੋਕ ਅੰਦੋਲਨ ਕਰ ਰਹੇ ਆ, 8 ਮਹੀਨਿਆਂ ਤੋਂ ਦਿੱਲੀ ਬੈਠੇ ਆ, ਪਹਿਲਾਂ 3 ਮਹੀਨੇ ਪੰਜਾਬ 'ਚ ਬੈਠੇ ਰਹੇ। ਸਰਦੀ ਗਈ, ਗਰਮੀ ਗਈ, ਕੱਲ੍ਹ ਤੁਸੀਂ ਦੇਖ ਰਿਹਾ ਹੋਣਾ, ਮਤਲਬ ਗੋਡੇ ਗੋਡੇ ਪਾਣੀ ਸੀ ਬਾਰਡਰ 'ਤੇ, ਉੱਥੇ ਵੀ ਕਿਸਾਨ ਬੈਠੇ ਆ। ਆਪਾਂ ਆਮ ਘਰੇ ਹੁਣ ਇੱਥੇ ਲਾਈਟ ਚਲੀ ਜਾਵੇ, ਏਸੀ ਬੰਦ ਹੋ ਜਾਏ, 1 ਘੰਟੇ ਬਾਅਦ ਆਪਾਂ ਨੂੰ ਬੈਠਣਾ ਮੁਸ਼ਕਿਲ ਹੋ ਜੂ। ਉੱਥੇ ਲੋਕਾਂ ਦੇ ਸਿਰ 'ਤੇ ਛੱਤ ਵੀ ਨਹੀਂ, ਬੈਠੇ ਆ। ਉਹਨਾਂ ਦੇ ਮਨ 'ਚ ਕੋਈ ਖਦਸ਼ਾ ਤਾਂ ਹੋਊਗਾ ਹੀ ਨਾ, ਨਹੀਂ ਕੌਣ ਆਪਦਾ ਘਰ ਬਾਰ ਛੱਡ ਕੇ ਬੈਠਦਾ। ਉਹਨਾਂ ਦੇ ਮਨ 'ਚ ਖਦਸ਼ਾ ਕੀ ਹੈ? ਉਹਨਾਂ ਲੋਕਾਂ ਨੂੰ ਇਹ ਲੱਗਦਾ ਵੀ ਸਾਡਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਉਹਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ। ਉਹਦੇ ਸਾਡੀ ਪਾਰਟੀ ਦੀਆਂ ਕਮੀਆਂ ਵੀ ਰਹੀਆਂ, ਸਟੇਟ ਲੀਡਰ ਅਸੀਂ ਲੋਕਾਂ ਨੂੰ ਜਿਹੜੇ ਬਿਲਾਂ ਦੇ ਫਾਇਦੇ ਨਹੀਂ ਸਮਝਾ ਸਕੇ। ਅਸੀਂ ਤਾਂ ਬਾਰ-ਬਾਰ 9 ਮਹੀਨਿਆਂ ਤੋਂ, ਮੈਂ ਜਾਂ ਅਨਿਲ ਜੋਸ਼ੀ ਜੀ ਨਹੀਂ, ਬਹੁਤ ਲੰਬੀ ਕਤਾਰ ਹੈ, ਹੌਲੀ ਹੌਲੀ ਲੋਕ ਸਾਹਮਣੇ ਆ ਰਹੇ, ਬਹੁਤ ਲੰਬੀ ਕਤਾਰ ਹੈ। ਉਹ ਬਾਰ-ਬਾਰ ਪਾਰਟੀ ਨੂੰ ਕਹਿ ਰਹੇ ਆ ਕਿ ਜੀ ਜਾਂ ਆਪਾਂ ਸਮਝਾ ਨਹੀਂ ਸਕੇ, ਜਾਂ ਸਮਝਾਈਏ ਜਾਂ ਸਮਝੀਏ, ਪਰ ਇਹ ਜਿਹੜਾ ਅੰਦੋਲਨ ਹੈ ਉਹਨੂੰ ਖਤਮ ਕਰਾਈਏ। ਇਹ ਅੰਦੋਲਨ ਖਤਮ ਹੋਣਾ ਚਾਹੀਦਾ ਹੈ। ਔਰ ਜਿਹੜੇ ਸਾਡੇ ਉੱਥੇ ਬੈਠੇ ਨੇ ਭਰਾ, ਉਹਨਾਂ ਨੂੰ ਖੁਸ਼ੀ-ਖੁਸ਼ੀ ਉਹ ਘਰੇ ਆਉਣ, ਤਾਂ ਹੀ ਪੰਜਾਬ ਤਰੱਕੀ ਕਰੂਗਾ। ਮੋਹਿਤ ਜੀ, ਤੁਹਾਡੇ ਜਿਹੜੇ ਕੈਬਨਿਟ ਮਿਨਿਸਟਰ ਹੈਗੇ ਨੇ ਉਹਨਾਂ ਦੇ ਨਾਲ, ਕਾਫੀਆਂ ਦੇ ਨਾਲ, ਜਿੱਦਾਂ ਰਾਜਨਾਥ ਸਿੰਘ ਜੀ ਹੋ ਗਏ, ਕਾਫੀ ਤੁਹਾਡੀ ਨੇੜਤਾ ਮੰਨੀ ਜਾਂਦੀ ਕਿ ਤੁਸੀਂ ਕਾਫੀ ਨੇੜੇ ਹੋ ਉਹਨਾਂ ਦੇ, ਕਿ ਉਹਨਾਂ ਦੇ ਨਾਲ ਤੁਹਾਡੀ ਕੋਈ ਇਸ ਬਾਬਤ ਗੱਲ ਹੋਈ ਹੈ? ਆਕਾਂਸ਼ਾ ਜੀ ਦੇਖੋ, ਮੈਂ ਪਾਰਟੀ ਦੇ ਵੱਖ-ਵੱਖ ਜ਼ਿੰਮੇਵਾਰੀਆਂ 'ਤੇ ਕੰਮ ਕੀਤਾ। ਜਿਹੜੀ ਨੇੜਤਾ ਹੁੰਦੀ ਹੈ, ਜਦੋਂ ਕੋਈ ਪੋਲਿਸੀ ਮੈਟਰ ਹੁੰਦਾ ਹੈ, ਉਦੋਂ ਇਸ ਤਰੀਕੇ ਦੀਆਂ ਨੇੜਤਾ ਕੰਮ ਨਹੀਂ ਕਰਦੀਆਂ। ਸਾਡੀ ਪਾਰਟੀ ਇੱਕ ਬਹੁਤ ਜ਼ਿਆਦਾ ਡਿਸਪਲਿਨਰੀ ਪਾਰਟੀ ਹੈ, ਪ੍ਰਧਾਨ ਬੇਸ ਪਾਰਟੀ ਹੈ। ਸਾਡੀ ਪਾਰਟੀ 'ਚ ਜੋ ਪੋਲਿਸੀ 'ਤੇ ਗੱਲ ਕਰਨੀ ਹੈ, ਜਿਹੜੀ ਅਸੀਂ ਪ੍ਰਧਾਨ ਨੂੰ ਕਹਿਣਾ, ਪ੍ਰਧਾਨ ਸਟੇਟ ਦੀ ਜਿਹੜੀ ਗੱਲ ਹੈ ਉਹ ਪ੍ਰਧਾਨ ਨਹੀਂ ਕਰਨੀ, ਉਹ ਪ੍ਰਧਾਨ। ਇਹ ਜਿਹੜਾ ਜਦੋਂ ਤਾਂ ਤੁਹਾਨੂੰ ਇਹ ਇਸ਼ੂ ਹੋਇਆ ਨੋਟਿਸ, ਉਸ ਤੋਂ ਬਾਅਦ ਦੀ ਗੱਲ ਕਰੀ? ਨਹੀਂ, ਮੈਂ ਪਰਸਨਲ ਨਹੀਂ ਗੱਲ ਕੀਤੀ ਉਹਨਾਂ ਨਾਲ। ਮੈਂ ਪਰਸਨਲ ਕੋਈ ਕਿਸੇ ਲੀਡਰ ਨਾਲ ਗੱਲ ਨਹੀਂ ਕੀਤੀ। ਮੈਨੂੰ ਨੋਟਿਸ ਆਇਆ, ਮੈਂ ਨੋਟਿਸ ਦਾ ਜਵਾਬ ਦਿੱਤਾ। ਵੈਸੇ ਤਾਂ ਜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਮੈਨੂੰ ਨੋਟਿਸ ਦਿੱਤਾ, ਸੰਵਿਧਾਨ ਅਨੁਸਾਰ ਉਹ ਮੈਨੂੰ ਨੋਟਿਸ ਹੀ ਨਹੀਂ ਦੇ ਸਕਦੇ, ਕਿਉਂਕਿ ਮੈਂ ਸਟੇਟ ਕਾਰਿਆਕਾਰਨੀ ਦਾ ਮੈਂਬਰ ਹਾਂ। ਔਰ ਉਹ ਖੁਦ ਜਿਹੜੇ ਵਿਅਕਤੀ ਹੈ, ਦੇਖੋ ਪਾਰਟੀ ਦਾ ਸਿਸਟਮ ਦੇਖੋ ਤੁਸੀਂ, ਵਿਧਾਨ ਸਭਾ ਦੇ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ, ਸਾਡੇ ਮੌਜੂਦਾ ਡਿਸਟ੍ਰਿਕਟ ਪ੍ਰਧਾਨ ਹੈ, ਉਹਨਾਂ ਨੂੰ ਨਗਰ ਨਿਗਮ ਦੇ ਚੁਣਾਵ 'ਚ ਪਾਰਟੀ ਦੇ ਸਾਡੇ ਜਿਹੜੇ ਆਲ ਇੰਡੀਆ ਜਨਰਲ ਸੈਕਟਰੀ ਆ, ਪੰਜਾਬ ਦੇ ਇੰਚਾਰਜ, ਉਹਨਾਂ ਨੇ 6 ਸਾਲ ਹੀ ਉਹਨੂੰ ਪਾਰਟੀ 'ਚੋਂ ਕੱਢਿਆ ਸੀ, ਪਰ ਉਹ ਮੈਨੂੰ ਨੋਟਿਸ ਦੇ ਰਹੇ ਆ। ਪਰ ਮੈਂ ਪਾਰਟੀ ਦਾ ਇੱਕ ਸਿਪਾਹੀ ਹੋਣ ਦੇ ਨਾਤੇ, ਜਿਹੜਾ ਅੱਜ ਬੰਦਾ ਚੇਅਰ 'ਤੇ ਬੈਠਾ ਹੈ, ਚਾਹੇ ਉਹ ਮੈਨੂੰ ਮੰਡਲ ਪ੍ਰਧਾਨ ਵੀ ਨੋਟਿਸ ਦਿੰਦਾ, ਮੈਂ ਉਹਦਾ ਵੀ ਜਵਾਬ ਦਿੰਦਾ। ਹਾਂ, ਮੈਂ ਚੇਅਰ ਦੀ ਰਿਸਪੈਕਟ ਕੀਤੀ ਹੈ, ਪਰ ਮੈਨੂੰ ਸੰਵਿਧਾਨਕ ਤੌਰ 'ਤੇ ਨੋਟਿਸ ਨਹੀਂ ਦੇ ਸਕਦੇ। ਕੀ ਤੁਸੀਂ ਇਹ ਚੀਜ਼ ਦਾ ਪਤਾ ਕੀਤਾ ਕਿ ਉਹਨਾਂ ਨੇ ਆਪਣੇ ਲੈਵਲ 'ਤੇ ਦਿੱਤਾ ਜਾਂ ਉੱਪਰੋਂ ਉਹਨਾਂ ਨੂੰ ਹੁਕਮ ਜਾਰੀ ਕੀਤਾ? ਜੋ ਉਹਨਾਂ ਨੇ ਨੋਟਿਸ 'ਚ ਲਿਖਿਆ, ਉਹਨਾਂ ਨੇ ਕਿਹਾ ਮੈਂ ਉੱਪਰ ਪੰਜਾਬ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਨੋਟਿਸ ਦੇ ਰਿਹਾ। ਮੈਂ ਨਹੀਂ ਪਤਾ ਕੀਤਾ। ਮੈਂ ਬਿਲਕੁਲ ਤੁਹਾਨੂੰ ਕਹਾਂ, ਮੈਂ ਕਿਸੇ ਨਾਲ ਇਸ ਗੱਲ 'ਚ ਸੰਪਰਕ ਨਹੀਂ ਕੀਤਾ। ਉਹਨਾਂ ਨੇ ਮੈਨੂੰ ਨੋਟਿਸ ਦਿੱਤਾ, ਮੈਂ ਜੋ ਉਹਦਾ ਜਵਾਬ ਹੈ ਮੈਂ ਦੇਤਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਸਨ ਮੋਹਿਤ ਗੁਪਤਾ, ਜੋ ਪੰਜਾਬ ਯੂਥ ਵਿੰਗ ਦੇ ਵੀ ਸਟੇਟ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਬਠਿੰਡਾ ਦੇ ਰਹਿ ਚੁੱਕੇ ਨੇ। ਇਹਨਾਂ ਵੱਲੋਂ ਜਿਹੜਾ ਹੈ ਕਿਸਾਨਾਂ ਦੇ ਹਿੱਤ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਸੀ ਕਿ ਜੋ ਇਹ ਅੰਦੋਲਨ ਹੈ ਉਸ ਨੂੰ ਲੈ ਕੇ ਜੋ ਪਾਰਟੀ ਹੈ, ਬੀਜੇਪੀ ਸਰਕਾਰ ਹੈ, ਜੋ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਹੱਲ ਕਰੇ, ਕਿਉਂਕਿ ਕਾਫੀ ਸਮਾਂ ਹੋ ਗਿਆ ਹੈ ਇਸ ਅੰਦੋਲਨ ਨੂੰ ਚੱਲਦੇ ਹੋਏ। ਔਰ ਤੁਸੀਂ ਦੇਖ ਸਕਦੇ ਹੋ ਵੀ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਘਮਾਸਾਨ ਬਣਿਆ ਹੋਇਆ ਹੈ। ਇਹ ਤੋਂ ਪਹਿਲਾਂ ਅਨਿਲ ਜੋਸ਼ੀ ਜੀ ਨੂੰ ਜੋ ਹੈ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਇਸੇ ਮਸਲੇ ਦੇ ਉੱਪਰ। ਤਾਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਮੋਹਿਤ ਗੁਪਤਾ ਜੀ ਦਾ ਜੇ ਉਹ ਮਸਲਾ ਹੈ ਉਹਦੇ ਵਿੱਚ ਕੀ ਹੁੰਦਾ ਹੈ। ਬਠਿੰਡਾ ਤੋਂ ਸੁਰਖਾਬ ਟੀਵੀ ਦੇ ਲਈ ਆਕਾਂਸ਼ਾ ਸਕਸੈਨਾ।